ਇਹ ਗੱਲ ਹੈ 2002 ਦੀ। 3 ਛੋਟੇ ਬੱਚੇ ਸਕੂਲੋਂ ਛੁੱਟੀ ਹੁੰਦੀ ਹੈ, ਘਰ ਆਉਂਦੇ ਨੇ, ਆ ਕੇ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਖਾਣਾ ਬਣਾ ਕੇ ਦਿੰਦੀਆਂ ਨੇ, ਯੂਨੀਫਾਰਮ ਚੇਂਜ ਕਰਦੇ ਨੇ, ਉਹ ਉਹਨਾਂ ਖੇਡਣ ਵਾਸਤੇ ਬਾਹਰ ਚਲੇ ਜਾਂਦੇ। ਹੱਥ ਦੇ ਵਿੱਚ ਗਲੇਲ, ਜੇਬ ਦੇ ਵਿੱਚ ਬੰਟੇ ਯਾਨੀ ਕਿ ਕੰਚੇ ਜਿਹੜੇ ਸ਼ੀਸ਼ੇ ਦੇ ਹੁੰਦੇ ਨੇ, ਉਹ ਲੈ ਕੇ ਸ਼ਿਕਾਰ ਤੇ ਨਿਕਲ ਜਾਂਦੇ ਨੇ। ਹਾਲਾਂਕਿ ਕੋਈ ਉਹਨਾਂ ਨੂੰ ਸ਼ਿਕਾਰ ਦੇ ਮੁਤਲਕ ਕੋਈ ਐਡੀ ਮਾਲੂਮਾਤ ਨਹੀਂ ਹੈ, ਬਸ ਇੱਕ ਸ਼ੌਕੀਆ ਤੌਰ ਤੇ ਉਹਨਾਂ ਗੁਲੇਲਾਂ ਰੱਖੀਆਂ। ਉਹ ਚੱਲਦੇ ਨੇ, ਚਲੀ ਜਾਂਦੇ ਨੇ। ਗਰਮੀਆਂ ਦੇ ਦਿਨ ਹੁੰਦੇ ਨੇ, ਇੱਕ ਦਰਖਤ ਤੇ ਬੈਠਿਆ ਉੱਲੂ ਦੇਖਦੇ। ਉਸ ਉੱਲੂ ਦੇ ਉੱਤੇ ਉਹ ਤਿੰਨੋਂ ਨਿਸ਼ਾਨਾ ਬੰਨ੍ਹ ਕੇ ਨਾ ਗੁਲੇਲ ਦੇ ਨਾਲ ਵਾਰ ਕਰਦੇ ਨੇ। ਵਾਰ ਕਰਨ ਤੋਂ ਬਾਅਦ ਇਤਫਾਕਨ ਉਸ ਉੱਲੂ ਨੂੰ ਕਿਸੇ ਵਿੱਚੋਂ ਇੱਕ ਦਾ ਨਾ ਨਿਸ਼ਾਨਾ ਲੱਗ ਜਾਂਦਾ। ਉੱਲੂ ਜ਼ਮੀਨ ਤੇ ਡਿੱਗ ਪੈਂਦਾ। ਉਹ ਚੁੱਕਦੇ ਨੇ, ਚੁੱਕ ਕੇ ਦੇਖਦੇ ਨੇ ਬੱਚੇ, ਛੋਟੇ ਬੱਚੇ ਉਹਨੂੰ ਪਾਣੀ ਪਿਆਉਂਦੇ ਨੇ। ਪਾਣੀ ਪਿਆਉਣ ਵਾਸਤੇ ਦੌੜਦੇ ਨੇ ਨਾਲੀ ਵੱਲ ਦੇਖਦੇ ਨੇ ਤੇ ਨਾਲੀ ਦੇ ਵਿੱਚ ਬਹੁਤ ਗੰਦਾ ਪਾਣੀ ਹੁੰਦਾ। ਵਿੱਚੋਂ ਇੱਕ ਬੱਚਾ ਬੋਲਦਾ ਹੁੰਦਾ, ਪਾਣੀ ਪਿਲਾਓ ਨਹੀਂ ਤੇ ਮਰ ਜਾਏਗਾ। ਉਹਨਾਂ ਨੂੰ ਵੀ ਪਤਾ ਉੱਲੂ ਹਰਾਮ ਹੈ, ਉੱਲੂ ਦਾ ਸਾਡੇ ਵਾਸਤੇ ਸ਼ਿਕਾਰ ਹਰਾਮ ਹੈ, ਅਸੀਂ ਉਹਨੂੰ ਸ਼ਿਕਾਰ ਵੈਸੇ ਕੀਤਾ ਸ਼ੌਕੀਆ ਤੌਰ ਤੇ। ਉਹਨੂੰ ਪਾਣੀ ਪਿਲਾਉਣ ਵਾਸਤੇ ਉਹਦੇ ਸਿਰ ਤੋਂ ਫੜ ਕੇ ਉਹਨੂੰ ਪਾਣੀ ਦੇ ਵਿੱਚ ਡੁਬੋਂਦੇ ਨੇ। ਡੁਬੋਂਦੇ ਤਕਰੀਬਨ 2 ਤੋਂ 3 ਮਿੰਟ ਉੱਲੂ ਪਾਣੀ ਵਿੱਚ ਡੁੱਬਣ ਦੇ ਨਾਲ ਹੀ ਮਰ ਜਾਂਦਾ। ਘਰ ਆਉਂਦੇ ਨੇ, ਘਰ ਆ ਕੇ ਤੇਰੇ ਬੱਚੇ ਜਿਹੜੇ ਨੇ ਉਹ ਰੂਟੀਨ ਦੇ ਮੁਤਾਬਕ ਸ਼ਾਮ ਦੇ ਟਾਈਮ ਉਹ ਤਕਰੀਬਨ ਘਰ ਆਉਂਦੇ ਨੇ ਖੇਡ ਕੇ। ਘਰ ਆਉਂਦੇ ਸਾਲ ਨਾਲ ਤਿੰਨੋਂ ਸੋ ਜਾਂਦੇ ਨੇ ਸ਼ਾਮ ਨੂੰ ਖਾਣਾ ਖਾ ਕੇ। ਤਕਰੀਬਨ ਰਾਤੀ 12 ਵਜੇ ਦਾ ਟਾਈਮ ਹੁੰਦਾ, 12:01 ਦਾ ਟਾਈਮ ਹੁੰਦਾ ਹੈ। ਇੱਕ ਬੱਚਾ ਆਪਣੇ ਘਰ ਦੀ ਦੀਵਾਰ ਫਲਾਂਗ ਕੇ ਨਾ ਬਾਹਰ ਜਾਣ ਦੀ ਕੋਸ਼ਿਸ਼ ਕਰਦਾ। ਪਿੱਛੇ ਉਹਦੀ ਮਾਂ ਨੂੰ ਦੇਖ ਲੈਂਦੀ, ਵੀ ਮੇਰਾ ਬੱਚਾ ਬਿਸਤਰ ਤੇ ਨਹੀਂ ਤੇ ਕਿੱਥੇ ਵੇ। ਉਹ ਦੌੜਦਿਆਂ ਬਾਹਰ ਆਉਂਦੀ ਹੈ, ਬਾਹਰ ਆ ਕੇ ਦੇਖਦੀ ਹੈ 6 ਸਾਲ ਤਕਰੀਬਨ 12 ਸਾਲ ਦਾ ਬੱਚਾ ਹੁੰਦਾ ਤੇ ਉਹ ਦੀਵਾਰ ਫਲਾਂਗ ਰਿਹਾ ਹੁੰਦਾ, ਫਲਾਂਗੀ ਨਹੀਂ ਜਾ ਰਹੀ ਹੁੰਦੀ ਉਹਦੇ ਕੋਲ। ਮਾਂ ਦੌੜਦੀ ਜਾਂਦੀ ਹੈ, ਜਾ ਕੇ ਉਹਨੂੰ ਫੜ ਲੈਂਦੀ ਹੈ। ਬੱਚਾ ਕੁੰਡੀ ਖੋਲ ਕੇ ਬਾਹਰ ਜਾ ਸਕਦਾ ਸੀ, ਲੇਕਿਨ ਉਹਦੀ ਮਾਂ ਨੇ ਘਰੋਂ ਅੰਦਰੋਂ ਤਾਲਾ ਲਗਾਇਆ ਸੀ, ਕਿਉਂਕਿ ਬਾਪ ਅਕਸਰ ਬਾਹਰ ਮਜ਼ਦੂਰੀ ਕਰਨ ਵਾਸਤੇ ਗਏ ਹੁੰਦੇ ਨੇ। ਇਸ ਤੋਂ ਉਹਦੇ ਬਾਪ ਦੀ ਤਫਸੀਲ ਨਹੀਂ ਲਿਖੀ ਇਸ ਤੋਂ ਕਿ ਬਾਪ ਉਹਦਾ ਕੀ ਕੰਮ ਕਰਦਾ ਹੈ ਕੀ ਨਹੀਂ। ਹਾਂ, ਇੱਕ ਉਹਦਾ ਵੱਡਾ ਭਾਈ ਹੁੰਦਾ, ਉਹ ਦੂਸਰੇ ਕਮਰੇ 'ਚ ਸੁੱਤਿਆ ਹੁੰਦਾ। ਮਾਂ ਦੀ ਉਸ ਨੂੰ ਫੜਦੀ ਹੈ, ਫੜ ਕੇ ਤੇ ਉਸ ਨੂੰ ਪੁੱਛਦੀ ਹੈ ਕਿ ਬੇਟਾ ਰਾਤ ਦੇ 12 ਵਜੇ ਨੇ, ਤੂੰ ਬਾਹਰ ਕੀ ਕਰਨ ਚੱਲਾ ਵੀ ਦੀਵਾਰ ਫਲਾਂਗ ਕੇ। ਉਹ ਜਿਸ ਤਰ੍ਹਾਂ ਮਾਂ ਨੂੰ ਦੇਖਦਾ, ਮਾਂ ਡਰ ਜਾਂਦੀ, ਉਹਦੀਆਂ ਅੱਖਾਂ ਸੁਰਖ ਲਾਲ ਹੋ ਜਾਂਦੀਆਂ ਤੇ ਉਹ ਮਾਂ ਕੋਲੋਂ ਛੁਡਾਉਣ ਦੀ ਕੋਸ਼ਿਸ਼ ਕਰਦਾ, ਨੱਸਦਾ ਹੈ, ਫਿਰ ਦੀਵਾਰ ਫਲਾਂਗਣ ਦੀ ਕੋਸ਼ਿਸ਼ ਕਰਦਾ। ਉਹਦੀ ਮਾਂ ਦਵਾਈ ਪਾ ਦਿੰਦੀ। ਔਰਤ ਜ਼ਾਤ ਕਿੰਨਾ ਕੁ ਢਿੱਲ ਆਉਂਦੀ, ਉਹ ਆਪਣੀ ਮਾਂ ਤੋਂ ਵੀ ਕਾਬੂ ਤੋਂ ਬਾਹਰ ਹੋਣਾ। ਉਹ ਸ਼ੋਰ ਮਚਾ ਦਿੰਦੀ ਹੈ। ਸ਼ੋਰ ਮਚਾਉਂਦਿਆਂ ਨਾਲ ਹੀ ਉਹਦਾ ਵੱਡਾ ਬੇਟਾ ਨਾਲ ਵਾਲੇ ਕਮਰੇ ਸੁੱਤੇ ਹੁੰਦਾ, ਦੌੜਦਾ ਆਉਂਦਾ, ਪੁੱਛਦਾ ਮਾਂ ਕੀ ਹੋਇਆ। ਆਂਦੀ ਹੈ ਤੇਰੇ ਭਾਈ ਨੂੰ ਪਤਾ ਨਹੀਂ ਕੀ ਹੋ ਗਿਆ। ਇੰਨੀ ਦੇਰ ਚ ਛੋਟੇ ਭੈਣ ਭਰਾ ਵੀ ਉੱਠ ਜਾਂਦੇ ਨੇ। ਉਹ ਦੌੜ ਕੇ ਸਾਰੇ ਆਉਂਦੇ ਨੇ। ਵੱਡਾ ਭਾਈ ਜਿਹੜਾ ਹੁੰਦਾ ਉਹਦਾ, ਉਸ ਬੱਚੇ ਦਾ, ਉਸ ਮਾਂ ਦਾ ਜਿਹੜਾ ਵੱਡਾ ਬੇਟਾ ਹੁੰਦਾ, ਉਹਨੂੰ ਫੜ ਲੈਂਦਾ। ਫੜ ਕੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ, ਲੇਕਿਨ ਉਹ ਕਾਬੂ ਨਹੀਂ ਆ ਰਿਹਾ ਹੁੰਦਾ। ਉਹਨੂੰ ਉਸ ਟਾਈਮ ਉਹਨੂੰ ਕੁਰਾਨ ਪਾਕ ਦੀ ਆਂਦੀ, ਉਹ ਪੜ੍ਹਦਾ ਸੂਰਾ ਬਕਰਾ ਦੀਆਂ ਜੋ ਆਇਤ ਉਹਨੂੰ ਆਂਦੀਆਂ ਨੇ ਸ਼ੁਰੂ ਤੋਂ, ਜਾਂ ਫਿਰ ਉਹਨੂੰ ਅਲਹਮਦ ਸ਼ਰੀਫ ਜਿਹੜੀ ਆਂਦੀ ਹੈ ਉਹ ਪੜ੍ਹਦਾ ਹੋਵੇ। ਪੜ੍ਹਨ ਤੋਂ ਬਾਅਦ ਉਹਦੇ ਤੇ ਫੂੰਕ ਮਾਰਦਾ, ਫਿਰ ਉਹ ਆਇਤਲ ਕੁਰਸੀ ਦੀ ਤਿਲਾਵਤ ਸ਼ੁਰੂ ਕਰ ਦਿੰਦਾ। ਆਇਤਲ ਕੁਰਸੀ ਪੜ੍ਹ ਕੇ ਉਹਨੂੰ ਫੂੰਕਦਾ, ਬਾਰ-ਬਾਰ ਆਇਤਲ ਕੁਰਸੀ ਪੜ੍ਹੀ ਜਾਂਦਾ। ਐ ਕਿ ਬੱਚੇ ਨੂੰ ਨਾ ਆਹਿਸਤਾ ਦੌਰਾ ਪੈਣਾ ਸ਼ੁਰੂ ਹੋ ਜਾਂਦਾ। ਉਹਦੇ ਹੱਥ ਪੈਰ ਪੁੱਠੇ ਹੋ ਜਾਂਦੇ ਨੇ, ਅੱਖਾਂ ਸੂਈਆਂ ਲਾਲ ਹੋ ਜਾਂਦੀਆਂ। ਉਹਦੀ ਮਾਂ ਸ਼ੋਰ ਮਚਾ ਦਿੰਦੀ ਕਿ ਮੇਰੇ ਬੇਟੇ ਨੂੰ ਦੌਰਾ ਪੈ ਗਿਆ, ਮੇਰੇ ਬੇਟੇ ਜਿੰਨਾਤ ਹਾਜ਼ਰ ਹੋ ਗਏ। ਵੱਡਾ ਬੇਟਾ ਘਬਰਾਉਂਦਾ ਨਹੀਂ ਆ, ਉਹ ਪੜ੍ਹਾਈ ਕਰਦਾ ਜਾਂਦਾ। ਤਕਰੀਬਨ 5 ਮਿੰਟ ਦੀ ਪੜ੍ਹਾਈ ਤੋਂ ਬਾਅਦ ਉਹ ਬੱਚਾ ਜਿਹੜਾ ਹੁੰਦਾ ਨਾ, ਉਹ ਬੇਹੋਸ਼ ਹੋ ਜਾਂਦਾ ਤੇ ਐਡਾ ਸਖਤ ਬੇਹੋਸ਼ ਹੁੰਦਾ ਹੈ ਕਿ ਉਹਨੂੰ ਬਹੁਤ ਸਖਤ ਬੁਖਾਰ ਹੋ ਜਾਂਦਾ। ਬੁਖਾਰ ਹੋਣ ਦੇ ਨਾਲ ਉਹਦਾ ਪੂਰਾ ਜਿਸਮ ਗਰਮ ਹੋ ਜਾਂਦਾ। ਉਹ ਬੜੇ ਪਰੇਸ਼ਾਨ ਹੋ ਜਾਂਦੇ ਨੇ। ਸਾਈਡ ਵਾਲੇ ਜਿਹੜੇ ਮੁਹੱਲੇ ਦੇ ਹੁੰਦੇ ਨੇ, ਹਮਸਾਏ ਉਹਨਾਂ ਦੇ ਆਲੇ ਦੁਆਲੇ ਘਰਾਂ ਵਾਲੇ ਸਾਰੇ ਉੱਠਦੇ ਨੇ। ਉੱਠ ਕੇ ਤੇ ਉਹ ਉਹਨਾਂ ਦੇ ਘਰ ਆ ਜਾਂਦੇ ਨੇ। ਰਾਤ ਦੇ ਟਾਈਮ ਇਹਨਾਂ ਦੇ ਘਰ ਸ਼ੋਰ ਮੱਚਿਆ, ਕੀ ਵਜ੍ਹਾ ਕੀ ਹੋ ਗਈ। ਜਾਂਦੇ ਨੇ, ਜਾ ਕੇ ਪੁੱਛਦੇ ਨੇ। ਉਹ ਬੀਬੀ ਦੱਸਦੀ ਹੈ ਕਿ ਮੇਰੇ ਬੇਟੇ ਨੂੰ ਇਹ ਮਸਲਾ ਹੋ ਗਿਆ, ਮੈਨੂੰ ਨਹੀਂ ਪਤਾ ਇਹਨੂੰ ਕੀ ਹੋਇਆ। ਵੱਡਾ ਬੇਟਾ ਜਿਹੜਾ ਹੈ ਉਹ ਇੰਨਾ ਤੇ ਨਹੀਂ ਪਰੇਸ਼ਾਨ ਹੁੰਦਾ, ਬਾਕੀ ਸਾਰੀ ਫੈਮਿਲੀ ਪਰੇਸ਼ਾਨ ਹੋ ਜਾਂਦੀ। ਵੱਡਾ ਬੇਟਾ ਪੜ੍ਹਾਈ ਕਰ ਰਿਹਾ ਹੁੰਦਾ, ਨਾਲ ਉਹਨੂੰ ਗਰਮ ਪੱਟੀਆਂ ਕਰ ਰਿਹਾ ਹੁੰਦਾ ਠੰਡੇ ਪਾਣੀ ਦੀਆਂ, ਤੇ ਬੁਖਾਰ ਜਿਹੜਾ ਨਾ ਹੋਰ ਜ਼ਿਆਦਾ ਮਜ਼ੀਦ ਬੁਖਾਰ ਉਹਨੂੰ ਹੋ ਜਾਂਦਾ। ਤੇ ਜਿਹੜੇ ਇਹਦੇ ਨਾਲ 2 ਬੱਚੇ ਹੁੰਦੇ ਨੇ ਦੂਸਰੇ ਘਰ ਦੇ ਵਿੱਚ, ਜਿਹੜੇ ਉਹ ਹਮਸਾਏ ਦੇ ਹੁੰਦੇ ਨੇ ਜਾਂ ਫਿਰ ਕੋਈ ਹੋਰ ਹੁੰਦੇ ਉਸੇ ਪਿੰਡ ਦੇ ਨੇ, ਉਸੇ ਮੁਹੱਲੇ ਦੇ ਨੇ। ਉਹ ਆਪਣੇ ਘਰ ਦੇ ਵਿੱਚ ਜਿਹੜਾ ਨਾ ਦੋਵੇਂ ਬਿਮਾਰ ਹੋ ਜਾਂਦੇ, ਉਹਨਾਂ ਨੂੰ ਬੁਖਾਰ ਹੋ ਜਾਂਦਾ, ਬਹੁਤ ਸਖਤ ਬੁਖਾਰ ਹੋ ਜਾਂਦਾ। ਹੁਣ ਇਹ ਉਹ ਬੱਚਾ ਸੀ ਕਿ ਜਿਹਦਾ ਨਿਸ਼ਾਨਾ ਲੱਗਾ ਸੀ ਉਸ ਉੱਲੂ ਨੂੰ। ਅੱਗੋਂ ਮੈਂ ਤੁਹਾਨੂੰ ਸਟੋਰੀ ਦੱਸਦਾ ਜਾਣਾ ਕਿ ਉੱਲੂ ਕੌਣ ਸੀ, ਜਿੰਨਾਤ ਸੀ, ਜਿੰਨਾਤ ਦਾ ਬੱਚਾ ਸੀ, ਜਿੰਨਾਤ ਦਾ ਬੇਟਾ ਸੀ, ਬੇਟੀ ਸੀ, ਕੀ ਸੀ। ਉਹ ਫਿਰ ਆਹਿਸਤਾ ਜਿਹੜਾ ਨਾ ਉਹਨਾਂ ਨੂੰ ਵੀ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ। ਉਹਨਾਂ ਦੇ ਘਰ ਦੇ ਵੀ ਪਰੇਸ਼ਾਨ ਹੋ ਜਾਂਦੇ ਨੇ, ਉੱਠਦੇ ਨੇ, ਉਹਨਾਂ ਨੂੰ ਗਰਮ ਪੱਟੀਆਂ ਕਰਦੇ ਨੇ, ਡਾਕਟਰ ਬੁਲਾਉਂਦੇ ਨੇ। ਡਾਕਟਰ ਆਂਦਾ ਹੈ, ਡਾਕਟਰ ਉਹਨਾਂ ਨੂੰ ਦਵਾਈ ਦਿੰਦਾ, ਆਂਦਾ ਮੈਂ ਮਜ਼ੀਦ ਸੁਬਹ ਦੇਖਾਂਗਾ, ਹੁਣ ਤੇ ਮੈਂ ਕੋਈ ਚੀਜ਼ ਨਹੀਂ ਕਲੀਨਿਕ ਤੂੰ ਲਿਆ ਸਕਦਾ, ਬਸ ਟਾਈਮ ਸਟੋਰ ਵੀ ਬੰਦ ਨੇ, ਸ਼ਹਿਰ ਜਾਣਾ ਪੈਣਾ।
ਉਹ ਆਂਦੇ ਨੇ ਚਲੋ ਸਹੀ ਹੈ ਠੀਕ ਹੈ। ਇਸ ਤਰ੍ਹਾਂ ਹੀ ਦੂਸਰਾ ਦਿਨ ਹੋ ਜਾਂਦਾ ਹੈ। ਦੂਸਰੇ ਦਿਨ ਜਿਹੜਾ ਨਾ ਉਧਰ ਵੀ ਪਤਾ ਚੱਲ ਜਾਂਦਾ ਕਿ ਵੀ ਜਿਹੜੇ ਸਾਡੇ ਕੱਲ ਬੇਟੇ ਜਿਹੜਾ ਮੇਰਾ ਬੇਟਾ ਜਿਸ ਬੱਚਿਆਂ ਦੇ ਨਾਲ ਖੇਡਦਾ ਪਿਆ ਸੀ ਉਹ ਵੀ ਬਿਮਾਰ ਹੋ ਗਏ ਨੇ। ਉਹਨਾਂ ਦੇ ਘਰ ਵੀ ਪਤਾ ਚੱਲ ਜਾਂਦਾ, ਉਹ ਆਂਦੇ ਨੇ ਕਿ ਇਤਫਾਕ ਤੇ ਨਹੀਂ ਤੇਰਾ ਵੀ ਬੱਚੇ ਸਾਡੇ ਬਿਮਾਰ ਹੋ ਗਏ ਨੇ, ਬੁਖਾਰ ਹੋ ਗਿਆ ਉਹਨਾਂ ਨੂੰ ਬਹੁਤ ਜ਼ਿਆਦਾ। ਤਰਮਾਂ ਦੇ ਆਹਿਸਤਾ ਆਹਿਸਤਾ ਹੱਥ ਪੈਰ ਪੁੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ। ਤਿੰਨਾਂ ਦੇ ਘਰ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਅਸੀਂ ਕਰੀਏ ਤੇ ਕੀ ਕਰੀਏ। ਫਿਰ ਉਹ ਇੱਕ ਸਿਆਣੇ ਬੰਦੇ ਨਾਲ ਰਾਬਤਾ ਕਰਦੇ ਨੇ, ਉਹਨਾਂ ਨੂੰ ਕੋਈ ਦੱਸਦਾ ਹੈ ਕਿ ਫਲਾਂ ਫਲਾਂ ਬੰਦਾ ਹੈ, ਮੌਲਵੀ ਹੈ, ਇਮਾਮ ਮਸਜਿਦ ਹੈ, ਬਹੁਤ ਅੱਛਾ ਦਮ ਕਰਦਾ, ਉਹਦੇ ਕੋਲ ਲੈ ਕੇ ਜਾਓ ਦਮ ਕਰਵਾ ਕੇ ਲਿਆਓ। ਦਮ ਕਰਨ ਜਾਂਦੇ ਨੇ, ਮੌਲਵੀ ਨੂੰ ਪਤਾ ਚੱਲਦਾ ਹੈ ਕਿ ਵੀ ਜਿਹੜਾ ਨਾ ਮੇਰੇ ਤੋਂ ਇਹ ਕੰਮ ਪਰ ਹੈ। ਮੌਲਵੀ ਆਂਦਾ ਕਿ ਵੀ ਤੁਸੀਂ ਫਲਾਂ ਫਲਾਂ ਜਗ੍ਹਾ ਦੂਸਰੇ ਪਿੰਡ ਲੈ ਜਾਓ। ਫਲਾਂ ਫਲਾਂ ਜਗ੍ਹਾ ਤੇ ਲੈ ਕੇ ਜਾਂਦੇ ਨੇ। ਉਹ ਬਾਬਾ ਜੀ ਜਿਹੜਾ ਨਾ ਬਾਬਾ ਜੀ ਬੱਚਿਆਂ ਦੇ ਅੰਦਰ ਜਿੰਨਾਤ ਨੂੰ ਹਾਜ਼ਰ ਕਰਦੇ ਨੇ। ਹਾਜ਼ਰ ਕਰਕੇ ਪੁੱਛਦੇ ਨੇ ਕਿ ਵੀ ਤੁਸੀਂ ਇਹਨਾਂ ਨੂੰ ਕਿਉਂ ਤੰਗ ਕਰ ਰਹੇ ਹੋ, ਇਹਨਾਂ ਬੱਚਿਆਂ ਨੇ ਤੁਹਾਡਾ ਕੀ ਵਿਗਾੜਿਆ। ਉਹ ਦੱਸਦਾ ਹੈ ਜਿੰਨਾਤ ਕਿ ਵੀ ਮੇਰਾ ਇੱਕ ਬੇਟਾ ਸੀ, ਉੱਲੂ ਦੀ ਸ਼ਕਲ ਵਿੱਚ ਦਿਨ ਦੇ ਟਾਈਮ 12 ਵਜੇ ਤਕਰੀਬਨ 12 ਵਜੇ ਨਹੀਂ 2 ਵਜੇ ਦਿਨ ਦੇ ਟਾਈਮ ਉਹ ਇੱਕ ਟਹਿਣੀ ਤੇ ਬੈਠਿਆ ਸੀ ਤੇ ਇਹਨਾਂ ਨੇ ਉਸ ਦੇ ਉੱਤੇ ਗੁਲੇਲ ਦੇ ਨਾਲ ਵਾਰ ਕੀਤਾ। ਉਹ ਪੀਰ ਬੜਾ ਪਰੇਸ਼ਾਨ ਹੁੰਦਾ ਹੈ ਕਿ ਗੁਲੇਲ ਦੇ ਨਾਲ 3 ਬੱਚਿਆਂ ਨੇ ਇਕੱਠਾ ਵਾਰ ਕੀਤਾ, ਸਮਝ ਨਹੀਂ ਆ ਰਹੀ ਤੇਰੀ ਗੱਲ ਦੀ। ਉਹ ਫਿਰ ਬੱਚਿਆਂ ਨੂੰ ਪੁੱਛਦਾ ਕੀ ਗੱਲ ਹੈ। ਫਿਰ ਬੱਚੇ ਸਾਰਾ ਕਿੱਸਾ ਦੱਸਦੇ ਨੇ ਕਿ ਅਸੀਂ ਇਸ ਤਰ੍ਹਾਂ ਸਕੂਲੋਂ ਆਏ, ਆ ਕੇ ਅਸੀਂ ਗੁਲੇਲ ਲਈਏ, ਸਾਨੂੰ ਜੇਬ 'ਚ ਬੰਟੇ ਪਾਏ ਨੇ ਤੇ ਅਸੀਂ ਟੁਰ ਗਏ ਸ਼ਿਕਾਰ ਕਰਨ। ਸਾਨੂੰ ਇੱਕ ਉੱਲੂ ਦਾ ਬੱਚਾ ਮਿਲਿਆ, ਅਸੀਂ ਉਸ ਦੇ ਉੱਤੇ ਵਾਰ ਕੀਤਾ। ਵਾਰ ਕਰਕੇ ਤੇ ਅਸੀਂ ਉਹਨੂੰ ਪਾਣੀ ਵੀ ਪਿਲਾਇਆ ਲੇਕਿਨ ਉਹ ਮਰ ਗਿਆ। ਉਹ ਫਿਰ ਜਿਹੜੀ ਬਾਕੀ ਗੱਲ ਹੈ ਨਾ, ਉਹ ਫਿਰ ਉਹ ਜਿੰਨਾਤ ਦੱਸਦਾ, ਉਹ ਆਂਦਾ ਕੋਈ ਇਹਨਾਂ ਨੇ ਉਹਨੂੰ ਪਾਣੀ ਨਹੀਂ ਪਿਲਾਇਆ, ਇਹਨਾਂ ਨੂੰ ਪਾਣੀ 'ਚ ਡੁਬੋ ਕੇ ਮਾਰ ਦਿੱਤਾ। ਮੇਰਾ ਬੱਚਾ ਹੀ ਜ਼ਿੰਦਾ ਸੀ, ਇਹਨਾਂ ਪਹਿਲੇ ਉਹਦੇ ਤੇ ਵਾਰ ਕੀਤਾ, ਉਹਦਾ ਇੱਕ ਪਾਰ ਟੁੱਟਿਆ, ਪਾਰ ਟੁੱਟਣ ਤੋਂ ਬਾਅਦ ਉਹ ਜ਼ਮੀਨ ਤੇ ਡਿੱਗਿਆ, ਇਹਨਾਂ ਉਹਨੂੰ ਚੁੱਕਿਆ, ਚੁੱਕ ਕੇ ਇਹਨਾਂ ਨੂੰ ਪਾਣੀ ਪਿਲਾਇਆ, ਪਾਣੀ ਪਿਲਾਉਣ ਤੋਂ ਬਾਅਦ ਇਹਨਾਂ ਉਹਨੂੰ ਮਾਰ ਦਿੱਤਾ। ਮਾਰਨ ਤੋਂ ਬਾਅਦ ਇਹਨਾਂ ਉਹਨੂੰ ਦਫਨ ਕਰ ਦਿੱਤਾ ਤੇ ਮੈਨੂੰ ਤੇ ਮੇਰੇ ਬੱਚੇ ਦੀ ਇਹਨਾਂ ਨੇ ਲਾਸ਼ ਵੀ ਨਹੀਂ ਦੇਖਣ ਦਿੱਤੀ। ਉਹ ਪੀਰ ਹੋਰ ਪਰੇਸ਼ਾਨ ਹੋ ਜਾਂਦਾ। ਉਹ ਆਂਦਾ ਚਲੋ ਜੋ ਹੋਣਾ ਸੀ ਹੋ ਗਿਆ, ਬੱਚਿਆਂ ਕੋਲੋਂ ਹਾਦਸਾ ਹੋ ਗਿਆ, ਤੂੰ ਇੰਜ ਕਰ, ਤੂੰ ਇਹਨਾਂ ਨੂੰ ਮਾਫ ਕਰ ਦੇ। ਉਹ ਆਂਦਾ ਨਹੀਂ ਮੈਂ ਮਾਫ ਨਹੀਂ ਕਰਾਂਗਾ, ਜਿੰਨੀ ਦੇਰ ਤੱਕ ਤਿੰਨੋਂ ਬੱਚੇ ਜ਼ਿੰਦਾ ਨੇ ਮੈਂ ਇਹਨਾਂ ਨੂੰ ਮਾਫ ਨਹੀਂ ਕਰਾਂਗਾ। ਉਹ ਫਿਰ ਪੀਰ ਉਹਨਾਂ ਨੂੰ ਪੜ੍ਹਾਈ ਦੱਸ ਜਾਂਦਾ ਕਿ ਤੁਸੀਂ ਇਹ ਪੜ੍ਹਾਈ ਕਰੋ ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਇਹਦੇ ਤੋਂ ਛੁਟਕਾਰਾ ਮਿਲ ਜਾਏਗਾ। 10 ਸਾਲ ਤੱਕ ਉਹਨਾਂ ਬੱਚਿਆਂ ਦੇ ਉੱਤੇ ਉਹਨਾਂ ਜਿੰਨਾਤ ਦਾ ਸਾਇਆ ਰਿਹਾ। ਜਿੰਨਾਤ ਤੋਂ ਉਹਨਾਂ ਬੱਚਿਆਂ ਨੂੰ ਹਰ ਕਿਸਮ ਦੀ ਪਰੇਸ਼ਾਨੀ, ਉਹਨਾਂ ਦੇ ਘਰਦਿਆਂ ਦੀ ਪਰੇਸ਼ਾਨੀ, ਕਦੇ ਉਹਨਾਂ ਦੇ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਸੀ, ਕਦੇ ਉਹਨਾਂ ਦੇ ਘਰ ਦੇ ਵਿੱਚ ਹੋਣ ਦੇ ਛਿੱਟੇ, ਕਦੀ ਕੁਝ ਹਰ ਕਿਸਮ ਦੀ ਪਰੇਸ਼ਾਨੀ, ਕਦੇ ਉਹਨਾਂ ਦੇ ਘਰ ਦੇ ਵਿੱਚ ਪੈਸਿਆਂ ਨੂੰ ਅੱਗ ਲੱਗ ਜਾਂਦੀ ਸੀ। 10 ਸਾਲ ਤੱਕ ਉਹਨਾਂ ਜਿੰਨਾਤ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਉਹਨਾਂ ਫਿਰ ਆਖਰ ਉਹਨਾਂ ਨੇ ਫਿਰ ਉਹ ਆਪਣੇ ਇੱਕ ਘਰ ਛੱਡਿਆ। ਜਿੰਨਾਤ ਨੇ ਆਖਿਆ ਤੁਸੀਂ ਸਾਡੇ ਨਾਲ ਇੱਕ ਸੌਦਾ ਕਰੋ, ਤੁਸੀਂ ਆਪਣਾ ਘਰ ਛੱਡ ਦਿਓ, ਅਸੀਂ ਤੁਹਾਨੂੰ ਛੱਡ ਦਿਆਂ। ਉਹਨਾਂ ਫਿਰ ਉਹ ਆਪਣਾ ਇੱਕ ਘਰ ਛੱਡਿਆ, ਛੱਡ ਕੇ ਫਿਰ ਉਹ ਕਿਧਰੇ ਹੋਰ ਚਲੇ ਗਏ, ਹੋਰ ਸ਼ਿਫਟ ਹੋ ਗਏ। ਫਿਰ ਉਸ ਜਿੰਨਾਤ ਨੇ ਉਹਨਾਂ ਦਾ ਪਿੱਛਾ ਛੱਡਿਆ। ਗੱਲ ਕਰਨ ਦਾ ਮਕਸਦ ਸਿਰਫ ਇੰਨਾ ਸਾਰਾ ਹੀ ਹੈ ਕਿ ਆਪਣੇ ਬੱਚਿਆਂ ਨੂੰ ਐਸੀ ਤਾਲੀਮਾਤ ਦਿੱਤੀ ਜਾਏ ਕਿ ਬੱਚੋ ਕਦੇ ਵੀ ਕਿਸੇ ਜਾਨਵਰ ਦੇ ਉੱਤੇ ਬੇਵਜ੍ਹਾ ਨਾਲ ਹਮਲਾ ਨਾ ਕਰੋ। ਇੱਕ ਪਰਿੰਦਾ ਹੈ ਜਿਹੜਾ ਖੂਨਖੋਰ ਨਹੀਂ ਹੈ, ਵੀ ਉਹ ਜਿੰਨਾਤ ਉਹਦੀ ਸ਼ਕਲ 'ਚ ਆ ਜਾਂਦੇ ਨੇ। ਜਿਹੜਾ ਹਲਾਲ ਪਰਿੰਦਾ ਹੈ ਉਹਦੀ ਸ਼ਕਲ 'ਚ ਨਹੀਂ ਆਉਂਦੇ। ਜੇ ਕੋਈ ਵੀ ਹਰਾਮ ਜਾਨਵਰ ਹੈ ਉਹਦੀ ਸ਼ਕਲ 'ਚ ਜਿੰਨਾਤ ਆ ਜਾਂਦੇ ਨੇ। ਜਿੰਨਾਤ ਅਕਸਰ ਸੱਪ ਦੀ ਸ਼ਕਲ 'ਚ ਵੀ ਆ ਜਾਂਦੇ ਨੇ, ਜਿੰਨਾਤ ਅਕਸਰ ਕਿਸੇ ਵੀ ਰੂਪ 'ਚ ਆ ਜਾਂਦੇ ਨੇ, ਲੇਕਿਨ ਜਿਹੜਾ ਗੋਸ਼ਤਖੋਰ ਜਾਨਵਰ ਹੈ ਉਸ ਦੀ ਸ਼ਕਲ 'ਚ ਆਉਂਦੇ ਨੇ। ਤੇ ਮੇਰੀ ਨਸੀਹਤ ਤੁਹਾਨੂੰ ਇਹ ਹੀ ਹੈ ਕਿ ਆਪਣੇ ਬੱਚਿਆਂ ਨੂੰ ਥੋੜੀ ਜਿਹੀ ਤਾਲੀਮਾਤ ਦਿਆ ਕਰੋ ਕਿ ਅਗਰ ਤੁਸੀਂ ਪਿਸ਼ਾਬ ਕਰਨਾ ਹੈ ਕਿਸੇ ਐਸੀ ਜਗ੍ਹਾ ਤੇ ਨਾ ਕਰੋ ਜਿੱਥੇ ਜਿੰਨਾਤ ਦਾ ਘਰ ਹੋਵੇ ਜਾਂ ਜਿੱਥੇ ਜਿੰਨਾਤ ਦਾ ਕੋਈ ਪੜਾਅ ਹੋਵੇ ਜਾਂ ਕੋਈ ਪੁਰਾਣਾ ਦਰਖਤ ਹੋਵੇ। ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਿਆ ਕਰੋ। ਜਜ਼ਾਕ ਅੱਲਾਹ।